देख रहे सारे विद्यार्थियों ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਇਹ ਵੀਡੀਓ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਅਸੀਂ ਚਤੁਰਭੁਜਾਵਾਂ ਨੂੰ ਜਾਣਨਾ ਜਿਹੜਾ ਅਧਿਆਇ ਹੈ ਉਹ ਕਰ ਰਹੇ ਹਾਂ, ਡਿਸਕਸ ਕਰ ਰਹੇ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਐਕਸਰਸਾਈਜ਼ 3.1 ਦੇ ਕੁਐਸਚਨ ਜਿਹੜੇ ਉਹ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਡਿਸਕਸ ਕੀਤੇ ਸੀਗੇ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਅਭਿਆਸ 3.2 ਦੇ ਸਵਾਲ ਕਰਾਂਗੇ, ਠੀਕ ਹੈ। ਤੋ ਅਭਿਆਸ 3.2 ਦੇ ਸਵਾਲ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਪਹਿਲਾਂ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ, ਉਸ ਤੋਂ ਬਾਅਦ ਫਿਰ ਐਕਸਰਸਾਈਜ਼ ਦੇ ਕੁਐਸਚਨ ਆਪਾਂ ਦੇਖਦੇ ਹਾਂ, ਠੀਕ ਹੈ। ਤੋ ਸਭ ਤੋਂ ਪਹਿਲਾਂ ਆਪਾਂ ਅੱਜ ਪੜਾਂਗੇ ਬਾਹਰੀ ਕੋਣ। ਬਾਹਰੀ ਕੋਣ ਜਿਹਨੂੰ ਅਸੀਂ ਐਕਸਟੀਰੀਅਰ ਐਂਗਲ ਵੀ ਬੋਲਦੇ ਹਾਂ, ਠੀਕ ਹੈ। ਬਾਹਰੀ ਕੋਣ ਹੁੰਦਾ ਕੀ ਹੈ? ਜਿੱਦਾਂ ਅਸੀਂ ਤ੍ਰਿਭੁਜ ਦੀ ਗੱਲ ਕਰੀਏ, ਮੇਰੇ ਕੋਲ ਕੋਈ ਟ੍ਰਾਇੰਗਲ ਹੈ, ਠੀਕ ਹੈ। ਇਹ ਟ੍ਰਾਇੰਗਲ ਹੈ ਆਪਣੇ ਕੋਲ A, B ਤੇ C, ਠੀਕ ਹੈ। ਜੇਕਰ ਇਹਦੀ ਜਿਹੜੀ ਸਾਈਡ BC ਹੈ, BC ਨੂੰ ਮੈਂ ਹੋਰ ਅੱਗੇ ਐਕਸਟੈਂਡ ਕਰਦਾ, ਅੱਗੇ ਵਧਾ ਦਿਆਂ, ਠੀਕ ਹੈ। ਤੋ ਇਹ ਜਿਹੜਾ ਕੋਣ ਮੇਰੇ ਕੋਲ ਇੱਥੇ ਬਣਦਾ ਹੈ, ਇਹਨੂੰ ਅਸੀਂ ਬੋਲਦੇ ਹਾਂ ਬਾਹਰੀ ਕੋਣ, ਐਕਸਟੀਰੀਅਰ ਐਂਗਲ। ਕੀ ਇਹ ਕੋਣ ਸਿਰਫ ਇਸੇ ਸਿਖਰ ਤੇ ਬਣ ਸਕਦਾ? ਨਹੀਂ ਹੈ। A ਜਾਂ B C ਕਿਸੇ ਵੀ ਸਿਖਰ ਦੇ ਉੱਤੇ ਬਣ ਸਕਦਾ। ਇਸੇ ਤਰ੍ਹਾਂ ਅਗਰ ਮੈਂ CA ਸਾਈਡ ਨੂੰ ਅੱਗੇ ਇੱਥੇ ਐਕਸਟੈਂਡ ਕਰਾਂ, ਅੱਗੇ ਵਧਾਵਾਂ, ਤਾਂ ਇਹ ਜਿਹੜਾ ਕੋਣ ਮੇਰੇ ਕੋਲ ਬਣੇਗਾ ਇਹ ਵੀ ਇੱਕ ਸਾਡੇ ਕੋਲ ਬਾਹਰੀ ਕੋਣ ਹੋਏਗਾ। ਇਸੇ ਤਰ੍ਹਾਂ ਅਗਰ ਆਪਾਂ ਸਾਈਡ AB ਨੂੰ ਅੱਗੇ ਐਕਸਟੈਂਡ ਕਰ ਦਿੰਦੇ ਹਾਂ ਤਾਂ ਇਹ ਜਿਹੜਾ ਕੋਣ ਮੇਰੇ ਕੋਲ ਬਣੇਗਾ ਇਹ ਵੀ ਸਾਡੇ ਕੋਲ ਬਾਹਰੀ ਕੋਣ ਹੀ ਬਣੇਗਾ, ਠੀਕ। ਤੋ ਇਸ ਤੋਂ ਪਹਿਲਾਂ ਆਪਾਂ ਅੰਦਰਲੇ ਕੋਣਾਂ ਬਾਰੇ ਤਾਂ ਬਹੁਤ ਵਾਰ ਗੱਲ ਕੀਤੀ ਹੈ, ਠੀਕ ਹੈ। ਇਹ ਸਾਡੇ ਕੋਲ ਇਸ ਤ੍ਰਿਭੁਜ ਦਾ ਅੰਦਰਲਾ ਕੋਣ ਹੈ A, ਇਹ ਸਾਡੇ ਕੋਲ ਤ੍ਰਿਭੁਜ ਦਾ ਕੋਣ B ਹੈ, ਠੀਕ ਹੈ। ਅੰਦਰਲਾ ਕੋਣ, ਅੰਦਰੂਨੀ ਕੋਣ, ਇੰਟੀਰੀਅਰ ਐਂਗਲ, ਇਹ ਸਾਡੇ ਕੋਲ ਤ੍ਰਿਭੁਜ ਦਾ ਅੰਦਰਲਾ ਕੋਣ ਹੈ, C ਕੋਣ ਹੈ, ਠੀਕ ਹੈ। ਤੋ ਇਹ ਸਾਡੇ ਕੋਲ ਅੰਦਰਲਾ ਕੋਣ ਹੈ ਤੇ ਇਹ ਸਾਡੇ ਕੋਲ ਬਾਹਰੀ ਕੋਣ ਹੈ, ਜਿਹੜਾ ਕਿ ਬਿੰਦੂ C ਦੇ ਉੱਤੇ, ਵਰਟੈਕਸ C ਦੇ ਉੱਤੇ, ਸਿਖਰ C ਦੇ ਉੱਤੇ ਬਣਿਆ ਹੋਇਆ, ਠੀਕ ਹੈ। ਇਸੇ ਤਰ੍ਹਾਂ A ਦੇ ਉੱਤੇ ਲਾਲ ਰੰਗ ਦੇ ਨਾਲ ਮਾਰਕ ਕੀਤਾ ਹੈ, ਸਾਡੇ ਕੋਲ ਅੰਦਰਲਾ ਕੋਣ ਹੈ। ਬਲੈਕ ਕਲਰ ਦੇ ਵਿੱਚ ਸਾਡੇ ਕੋਲ ਜਿਹੜਾ ਕੋਣ ਹੈ ਬਾਹਰੀ ਕੋਣ ਹੈ। ਇਸੇ ਤਰ੍ਹਾਂ B ਸਿਖਰ ਦੇ ਉੱਤੇ ਵੀ ਸਾਡੇ ਕੋਲ, ਠੀਕ ਹੈ। ਇਸੇ ਢੰਗ ਦੇ ਨਾਲ ਅਸੀਂ ਕਿਸੇ ਵੀ ਆਕ੍ਰਿਤੀ, ਇਹ ਸਾਡੇ ਕੋਲ ਤ੍ਰਿਭੁਜ ਹੈ, ਤ੍ਰਿਭੁਜ ਤੋਂ ਇਲਾਵਾ ਜੇ ਮੈਂ ਕੋਈ ਚਤੁਰਭੁਜ ਆਪਾਂ ਬਣਾ ਲਈਏ, ਉਹਦੇ ਵਿੱਚ ਵੀ ਆਪਾਂ ਬਾਹਰੀ ਕੋਣ ਜਿਹੜੇ ਉਹ ਬਣਾ ਸਕਦੇ ਹਾਂ, ਠੀਕ ਹੈ। ਮੰਨ ਲਓ ਇਹ ਸਾਡੇ ਕੋਲ ਇੱਕ ਚਤੁਰਭੁਜ ਹੈ, ਤੋ ਇਹਦੇ ਵਿੱਚ ਜੇ ਆਪਾਂ ਇਸ ਸਾਈਡ ਨੂੰ ਐਕਸਟੈਂਡ ਕਰ ਦਈਏ ਤਾਂ ਇਹ ਮੇਰੇ ਕੋਲ ਜਿਹੜਾ ਬਾਹਰੀ ਕੋਣ ਬਣ ਜਾਏਗਾ, ਠੀਕ ਹੈ। ਇਸੇ ਤਰ੍ਹਾਂ ਇਹ ਵਾਲੀ ਸਾਈਡ ਨੂੰ ਮੈਂ ਨੀਚੇ ਵਧਾ ਦਿੰਦਾ ਹੋਰ, ਤਾਂ ਇਹ ਸਾਡੇ ਕੋਲ ਬਾਹਰੀ ਕੋਣ ਬਣ ਜਾਏਗਾ। ਇਸੇ ਢੰਗ ਦੇ ਨਾਲ ਇਸ ਸਾਈਡ ਵੀ ਬਾਹਰੀ ਕੋਣ ਬਣਾਇਆ ਜਾ ਸਕਦਾ ਹੈ, ਔਰ ਇਸ ਸਾਈਡ ਵੀ ਸਾਡੇ ਕੋਲ ਜਿਹੜਾ ਬਾਹਰੀ ਕੋਣ ਹੈ ਉਹ ਬਣਾਇਆ ਜਾ ਸਕਦਾ ਹੈ, ਠੀਕ ਹੈ। ਤੋ ਆਪਾਂ ਦੇਖ ਸਕਦੇ ਹਾਂ ਕਿ ਤ੍ਰਿਭੁਜ ਦੇ ਵਿੱਚ ਸਾਡੇ ਕੋਲ 3 ਕੋਣ ਹੁੰਦੇ ਆ ਤੇ ਤ੍ਰਿਭੁਜ ਦੇ ਬਾਹਰੀ ਕੋਣਾਂ ਦੀ ਅਗਰ ਗੱਲ ਕਰੀਏ, ਉਹਨਾਂ ਦੀ ਗਿਣਤੀ ਵੀ ਸਾਡੇ ਕੋਲ ਜਿਹੜੀ ਉਹ 3 ਹੀ ਹੁੰਦੀ ਹੈ। ਇਸੇ ਤਰ੍ਹਾਂ ਚਤੁਰਭੁਜ ਦੇ ਵਿੱਚ ਸਾਡੇ ਕੋਲ ਅੰਦਰਲੇ 4 ਕੋਣ ਹੁੰਦੇ ਆ, ਤੋ ਬਾਹਰਲੇ ਕੋਣਾਂ ਦੀ ਗਿਣਤੀ ਕਰੀਏ ਤਾਂ ਉਹ ਵੀ ਸਾਡੇ ਕੋਲ 4 ਕੋਣ ਹੀ ਹੁੰਦੇ ਨੇ, ਠੀਕ ਹੈ। ਤੋ ਇੱਕ ਚੀਜ਼ ਹੁਣ ਆਪਾਂ ਜਿਹੜੀ ਇਹਦੇ ਵਿੱਚ ਦੇਖਣੀ ਹੈ ਉਹ ਕਿ ਜੇਕਰ ਕਿਸੇ ਤ੍ਰਿਭੁਜ ਦੇ, ਆਪਾਂ ਤ੍ਰਿਭੁਜ ਦੀ ਗੱਲ ਕਰਦੇ ਹਾਂ, ਕਿ ਅੰਦਰਲੇ ਕੋਣਾਂ ਦਾ ਜੋੜ ਸਾਨੂੰ ਪਤਾ ਹੈ ਕਿ 180 ਹੁੰਦਾ ਹੈ। ਤ੍ਰਿਭੁਜ ਦੇ ਅੰਦਰਲੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? 180 ਡਿਗਰੀ। ਤ੍ਰਿਭੁਜ ਦੇ ਅੰਦਰਲੇ ਕੋਣਾਂ ਦਾ ਜੋੜ ਇਹ ਸਾਡੇ ਕੋਲ ਹੁੰਦਾ ਹੈ 180 ਡਿਗਰੀ। ਤੋ ਕੀ ਇਸੇ ਤਰ੍ਹਾਂ ਤ੍ਰਿਭੁਜ ਦੇ ਬਾਹਰੀ ਕੋਣਾਂ ਦਾ ਜੋੜ ਉਹ ਵੀ ਸਾਡੇ ਕੋਲ ਇੱਕ ਫਿਕਸ ਹੁੰਦਾ ਹੈ, ਠੀਕ ਹੈ। ਇਹ ਆਪਾਂ ਅੱਜ ਜਾਣਾਂਗੇ। ਇਸੇ ਤਰ੍ਹਾਂ ਚਤੁਰਭੁਜ ਦੇ ਵਿੱਚ ਸਾਡੇ ਕੋਲ ਜਿਹੜੇ ਅੰਦਰਲੇ ਕੋਣਾਂ ਦਾ ਜੋੜ ਸਾਡੇ ਕੋਲ ਹੁੰਦਾ ਹੈ ਚਤੁਰਭੁਜ ਦੇ ਵਿੱਚ 360 ਡਿਗਰੀ, ਤੇ ਚਤੁਰਭੁਜ ਦੇ ਬਾਹਰੀ ਕੋਣਾਂ ਦਾ ਜੋੜ ਸਾਡੇ ਕੋਲ ਕਿੰਨਾ ਹੁੰਦਾ ਹੈ ਉਹ ਵੀ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਜਾਣਾਂਗੇ, ਠੀਕ ਹੈ ਵਿਦਿਆਰਥੀਓ। ਤੋ ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ ਸਾਡੇ ਕੋਲ ਕਿ ਕਿਸੇ ਵੀ ਆਕ੍ਰਿਤੀ ਦੇ ਵਿੱਚ, ਚਾਹੇ ਉਹ ਸਾਡੇ ਕੋਲ 3 ਭੁਜਾਵਾਂ ਵਾਲੀ ਹੋਵੇ, ਚਾਹੇ 4 ਭੁਜਾਵਾਂ ਵਾਲੀ, ਚਾਹੇ 5 ਭੁਜਾਵਾਂ, ਚਾਹੇ 6 ਭੁਜ, ਚਾਹੇ 7 ਭੁਜ, ਅਸੀਂ ਜਿਹੜਾ ਮਰਜ਼ੀ ਬਹੁਭੁਜ ਲੈ ਲਈਏ, ਉਹਦੇ ਬਾਹਰੀ ਕੋਣਾਂ ਦਾ ਜੋੜ ਹੈ ਜਿਹੜਾ ਉਹ ਹਮੇਸ਼ਾ 360 ਡਿਗਰੀ ਹੀ ਰਹਿੰਦਾ ਹੈ, ਠੀਕ ਹੈ। ਅੰਦਰਲੇ ਕੋਣਾਂ ਦਾ ਜੋੜ ਜਿਹੜਾ ਬਦਲਦਾ ਹੈ, ਜਿਵੇਂ ਤ੍ਰਿਭੁਜ ਦੇ ਵਿੱਚ ਸਾਡੇ ਕੋਲ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਚਤੁਰਭੁਜ ਦੇ ਵਿੱਚ ਅੰਦਰਲੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ, ਠੀਕ ਹੈ। ਇਸੇ ਤਰ੍ਹਾਂ ਪੰਜਭੁਜ ਦੇ ਵਿੱਚ ਜਿਹੜਾ ਅੰਦਰਲੇ ਕੋਣਾਂ ਦਾ ਜੋੜ ਹੈ ਉਹ ਸਾਡੇ ਕੋਲ 540 ਡਿਗਰੀ ਬਣ ਜਾਂਦਾ ਹੈ। ਪਰ ਅਗਰ ਅਸੀਂ ਗੱਲ ਕਰੀਏ ਬਾਹਰੀ ਕੋਣਾਂ ਦੇ ਜੋੜ ਦੀ, ਤਾਂ ਬਾਹਰੀ ਕੋਣਾਂ ਦਾ ਜੋੜ ਸਾਡੇ ਕੋਲ ਕਿਸੇ ਵੀ ਬਹੁਭੁਜ ਦੇ ਵਿੱਚ ਫਿਕਸ ਰਹਿੰਦਾ ਹੈ,
ਕਿਸੇ ਵੀ ਪੋਲੀਗਨ ਦੇ ਵਿੱਚ ਜਿਹੜਾ ਬਾਹਰੀ ਕੋਣ ਦਾ ਜੋੜ ਹੈ ਉਹ ਸਾਡੇ ਕੋਲ ਹਮੇਸ਼ਾ 360 ਡਿਗਰੀ ਹੀ ਰਹਿੰਦਾ ਹੈ। ਉਹ ਸਾਡੇ ਕੋਲ ਹਮੇਸ਼ਾ 360 ਡਿਗਰੀ ਹੀ ਰਹਿੰਦਾ ਹੈ। ਠੀਕ ਹੈ, ਤਾਂ ਤ੍ਰਿਭੁਜ ਦੇ ਬਾਹਰੀ ਕੋਣਾਂ ਦਾ ਜੋੜ ਅਸੀਂ ਕਹਿ ਸਕਦੇ ਹਾਂ ਸਾਡੇ ਕੋਲ 360 ਡਿਗਰੀ, ਚਤੁਰਭੁਜ ਦੇ ਬਾਹਰੀ ਕੋਣਾਂ ਦਾ ਜੋੜ 360 ਡਿਗਰੀ, ਜਾਂ ਅਸੀਂ ਲਿਖ ਸਕਦੇ ਹਾਂ ਕਿਸੇ ਵੀ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ ਹਮੇਸ਼ਾ 360 ਡਿਗਰੀ ਹੁੰਦਾ ਹੈ। ਇਹਨੂੰ ਆਪਾਂ ਲਿਖ ਲੈਂਦੇ ਹਾਂ। ਠੀਕ ਹੈ, ਹਾਂਜੀ, ਕਿਸੇ ਵੀ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ ਹਮੇਸ਼ਾ 360 ਡਿਗਰੀ ਹੁੰਦਾ ਹੈ। ਠੀਕ ਹੈ, ਉਹ ਬਹੁਭੁਜ ਸਾਡੇ ਕੋਲ ਤ੍ਰਿਭੁਜ ਹੋ ਜਾਏ, ਚਤੁਰਭੁਜ ਹੋ ਜਾਏ, ਪੰਜਭੁਜ ਹੋ ਜਾਏ, ਛੇਭੁਜ ਹੋ ਜਾਏ, ਸਭ ਦੇ ਵਿੱਚ ਬਾਹਰੀ ਕੋਣਾਂ ਦਾ ਜੋੜ 360 ਡਿਗਰੀ ਹੀ ਰਹੇਗਾ। ਠੀਕ ਹੈ, ਤਾਂ ਹੁਣ ਅਸੀਂ ਇੱਕ ਦੋ ਫਾਰਮੂਲੇ ਜਿਹੜੇ ਹੋਰ ਦੇਖਣੇ ਨੇ ਉਹ ਕੀ ਨੇ ਸਾਡੇ ਕੋਲ, ਕਿ ਅਗਰ ਸਾਡੇ ਕੋਲ ਕੋਈ ਸਮ ਬਹੁਭੁਜ ਹੈ, ਸਮ ਬਹੁਭੁਜ ਦੇ ਬਾਹਰੀ ਕੋਣ ਦਾ ਮਾਪ, ਸਮ ਬਹੁਭੁਜ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਇਹੋ ਜੀ ਸਾਡੇ ਕੋਲ ਤ੍ਰਿਭੁਜ, ਚਤੁਰਭੁਜ, ਪੰਜਭੁਜ ਜਾਂ ਛੇਭੁਜ ਜਿਹੜੀਆਂ ਸਾਰੀਆਂ ਭੁਜਾਵਾਂ ਤੇ ਸਾਰੇ ਕੋਣ ਸਮਾਨ ਹੋਣ ਉਹਨੂੰ ਅਸੀਂ ਸਮ ਬਹੁਭੁਜ ਕਹਿੰਦੇ ਹਾਂ। ਠੀਕ ਹੈ, ਸਮ ਬਹੁਭੁਜ ਦੇ ਬਾਹਰੀ ਕੋਣ ਦਾ ਮਾਪ ਜਿਹੜਾ ਉਹ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ? ਬਾਹਰੀ ਕੋਣ ਦਾ ਮਾਪ ਇਹ ਸਾਡੇ ਕੋਲ ਬਣਦਾ ਹੈ 360 ਡਿਗਰੀ ਨੂੰ ਅਸੀਂ ਭਾਗ ਕਰ ਦਿਆਂਗੇ ਉਸ ਸਮ ਬਹੁਭੁਜ ਦੇ ਭੁਜਾਵਾਂ ਦੀ ਗਿਣਤੀ ਦੇ ਨਾਲ। ਭੁਜਾਵਾਂ ਦੀ ਗਿਣਤੀ। ਠੀਕ ਹੈ, ਜੇ ਪੰਜਭੁਜ ਹੈ ਤਾਂ 5 ਨਾਲ ਅਸੀਂ ਭਾਗ ਕਰ ਦਾਂਗੇ 360 ਨੂੰ, ਜੇ ਸਾਡੇ ਕੋਲ ਚਤੁਰਭੁਜ ਹੈ ਤਾਂ 4 ਨਾਲ ਭਾਗ ਕਰਾਂਗੇ, ਅਗਰ ਸਾਡੇ ਕੋਲ ਤ੍ਰਿਭੁਜ ਹੈ, ਸਮਭੁਜੀ ਤ੍ਰਿਭੁਜ ਹੈ ਤਾਂ ਆਪਾਂ 3 ਨਾਲ ਭਾਗ ਕਰਾਂਗੇ। ਠੀਕ ਹੈ, ਤਾਂ ਇਸੇ ਢੰਗ ਦੇ ਨਾਲ ਜੇ ਸਾਨੂੰ ਕਿਸੇ ਵੀ ਸਮਭੁਜ ਦੇ ਬਾਹਰੀ ਕੋਣ ਦਾ ਮਾਪ ਪਤਾ ਹੋਵੇ ਪਰ ਸਾਨੂੰ ਉਹਦੇ ਭੁਜਾਵਾਂ ਦੀ ਗਿਣਤੀ ਪਤਾ ਕਰਨੀ ਹੋਵੇ, ਉਹਦੇ ਵਾਸਤੇ ਅਸੀਂ ਕਿਹੜਾ ਫਾਰਮੂਲਾ ਯੂਜ਼ ਕਰਾਂਗੇ? ਸਮ ਬਹੁਭੁਜ ਦੀ ਭੁਜਾਵਾਂ ਦੀ ਗਿਣਤੀ। ਸਮ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ। ਇਹਦੇ ਲਈ ਅਸੀਂ ਕੀ ਕਰਾਂਗੇ? 360 ਡਿਗਰੀ ਨੂੰ ਅਸੀਂ ਭਾਗ ਕਰਾਂਗੇ ਬਾਹਰੀ ਕੋਣ ਦੇ ਮਾਪ ਦੇ ਨਾਲ। ਬਾਹਰੀ ਕੋਣ ਦਾ ਮਾਪ। ਠੀਕ ਹੈ, ਤੋ ਇਹ ਤਿੰਨੋਂ ਚੀਜ਼ਾਂ ਨੇ ਜਿਹੜੀਆਂ ਆਪਾਂ ਇਸ ਅਭਿਆਸ ਦੇ ਵਿੱਚ ਯੂਜ਼ ਕਰਨੀਆਂ ਨੇ। ਠੀਕ ਹੈ, ਸਭ ਤੋਂ ਪਹਿਲੀ ਕਿ ਕਿਸੇ ਵੀ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ ਹਮੇਸ਼ਾ 360 ਡਿਗਰੀ ਹੁੰਦਾ ਹੈ। ਦੂਜਾ, ਜੇ ਸਾਨੂੰ ਕਿਸੇ ਸਮਬਹੁਭੁਜ ਦੇ ਦੀਆਂ ਭੁਜਾਵਾਂ ਪਤਾ ਹੈ ਕਿ ਭੁਜਾਵਾਂ ਕਿੰਨੀਆਂ ਨੇ ਔਰ ਅਸੀਂ ਉਹਦਾ ਬਾਹਰੀ ਕੋਣ ਦਾ ਮਾਪ ਕੱਢਣਾ ਹੈ ਤਾਂ ਅਸੀਂ 360 ਨੂੰ ਭੁਜਾਵਾਂ ਦੀ ਗਿਣਤੀ ਦੇ ਨਾਲ ਭਾਗ ਕਰ ਦਿਆਂਗੇ। ਠੀਕ ਹੈ, ਔਰ ਇੱਕ ਸਾਡੇ ਕੋਲ ਤੀਜਾ ਫਾਰਮੂਲਾ ਜਿਹੜਾ ਤੀਜੇ ਸਵਾਲ ਆਪਾਂ ਕਿਸ ਟਾਈਪ ਦੇ ਹੋਣਗੇ ਕਿ ਸਾਨੂੰ ਇਹ ਪਤਾ ਹੋਏਗਾ ਕਿ ਕਿਸੇ ਸਮਭੁਜ ਦੇ ਬਾਹਰੀ ਕੋਣ ਦਾ ਮਾਪ ਕਿੰਨਾ ਹੈ, ਤਾਂ ਅਸੀਂ ਭੁਜਾਵਾਂ ਦੀ ਗਿਣਤੀ ਪਤਾ ਕਰਨ ਦੇ ਲਈ 360 ਨੂੰ ਬਾਹਰੀ ਕੋਣ ਦੇ ਮਾਪ ਦੇ ਨਾਲ ਆਪਾਂ ਭਾਗ ਕਰਾਂਗੇ ਤਾਂ ਸਾਡੇ ਕੋਲ ਭੁਜਾਵਾਂ ਦੀ ਗਿਣਤੀ ਜਿਹੜੀ ਆ ਉਹ ਪ੍ਰਾਪਤ ਹੋ ਜਾਏਗੀ। ਠੀਕ ਹੈ ਵਿਦਿਆਰਥੀਓ, ਤੋ ਇਹ ਤਿੰਨੋਂ ਸਵਾਲ, ਤਿੰਨੋਂ ਫਾਰਮੂਲੇ ਬਹੁਤ ਇੰਪੋਰਟੈਂਟ ਨੇ, ਨੋਟ ਕਰ ਲੈਣੇ ਨੇ ਤੁਸੀਂ। ਠੀਕ ਹੈ, ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜੇ ਅੱਗੇ ਅਸੀਂ ਅਭਿਆਸ ਦੇ ਸਵਾਲ ਹੈ ਉਹ ਹੱਲ ਕਰਾਂਗੇ। ਹਾਂਜੀ ਵਿਦਿਆਰਥੀਓ, ਅਭਿਆਸ 3.2 ਦਾ ਪਹਿਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਠੀਕ ਹੈ, ਹੇਠਾਂ ਦਿੱਤੇ ਚਿੱਤਰਾਂ ਵਿੱਚ x ਦਾ ਮੁੱਲ ਪਤਾ ਕਰੋ। ਠੀਕ ਹੈ, ਤੋ ਸਾਡੇ ਕੋਲ ਜਿਹੜੀ ਡਾਇਗਰਾਮ ਹੈ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਇੱਕ ਤ੍ਰਿਭੁਜ ਹੈ। ਤ੍ਰਿਭੁਜ ਦੇ ਜਿਹੜੇ ਤਿੰਨ ਸਾਨੂੰ ਬਾਹਰੀ ਕੋਣਾਂ ਦੇ ਵਿੱਚੋਂ ਦੋ ਕੋਣਾਂ ਦਾ ਮਾਪ ਦਿੱਤਾ ਹੋਇਆ 125 ਡਿਗਰੀ ਤੇ 125 ਡਿਗਰੀ। ਠੀਕ ਹੈ, ਇਹ ਸਾਡੇ ਕੋਲ 125 ਡਿਗਰੀ ਹੈ ਔਰ ਇਹ ਵੀ 125 ਡਿਗਰੀ ਹੈ। ਠੀਕ ਹੈ, ਤੋ ਇਹਦੇ ਵਿੱਚ ਅਸੀਂ ਇਹ ਜਿਹੜਾ ਕੋਣ ਸਾਡੇ ਕੋਲ ਤੀਜਾ ਬਾਹਰੀ ਕੋਣ ਹੈ x ਹੈ, x ਡਿਗਰੀ, ਇਹਦਾ ਅਸੀਂ ਮਾਪ ਪਤਾ ਕਰਨਾ ਹੈ। ਤੋ ਬਹੁਤ ਸੌਖਾ ਕੰਮ ਹੈ। ਆਪਾਂ ਫਰਸਟ ਫਾਰਮੂਲਾ ਜਿਹੜਾ ਆਪਾਂ ਡਿਸਕਸ ਕਰਕੇ ਆਏ ਉਹ ਆਪਾਂ ਯੂਜ਼ ਕਰਾਂਗੇ ਇਹਦੇ 'ਚ। ਠੀਕ ਹੈ, ਤ੍ਰਿਭੁਜ ਦੇ ਬਾਹਰੀ ਕੋਣਾਂ ਦਾ ਜੋੜ ਬਰਾਬਰ 360 ਡਿਗਰੀ ਤੇ ਤਿੰਨਾਂ ਕੋਣਾਂ ਦਾ ਅਸੀਂ ਜੋੜ ਕਰਾਂਗੇ। ਉਹਦੇ ਵਿੱਚੋਂ 125 ਨੂੰ 125 ਦੇ ਵਿੱਚ ਜੋੜ ਕੇ 360 ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ x ਦੀ ਜਿਹੜੀ ਕੀਮਤ ਹੈ ਉਹ ਪ੍ਰਾਪਤ ਹੋ ਜਾਏਗੀ। ਠੀਕ ਹੈ, तो पहला सवाल मैं करांगा, दूजा सवाल तुसी अपने आप करना, ਉਹਦਾ मैं हिंट जरूर देंगा। हाँ जी, पहले सवाल दा ए पार्ट, ਇਹਦੇ ਵਿੱਚ ਡਾਇਗਰਾਮ ਤੁਸੀਂ ਦੇਖ ਸਕਦੇ ਹੋ। मैं एक बार फिर बना देना।
ਇਹ ਕੋਣ ਅਸੀਂ ਪਤਾ ਕਰਨਾ ਹੈ x ਡਿਗਰੀ। ਤੁਸੀਂ ਇਹ ਲਾਈਨਸ ਜਿਹੜੀਆਂ ਉਹ ਸਕੇਲ ਦੇ ਨਾਲ ਹੀ ਲਗਾਉਣੀਆਂ ਨੇ, ਠੀਕ ਹੈ। ਫ੍ਰੀ ਹੈਂਡ ਨਹੀਂ, ਲਾਈਨ ਕਦੇ ਵੀ ਰੇਖਾ ਜਿਹੜੀ ਉਹ ਫ੍ਰੀ ਹੈਂਡ ਨਹੀਂ ਖਿੱਚਣੀ, ਠੀਕ ਹੈ। ਤੋ ਇਸ ਤ੍ਰਿਭੁਜ ਦੇ ਵਿੱਚ ਜਿਹੜੇ ਕੋਣ ਦਿੱਤੇ ਹੋਏ ਨੇ ਤੇ ਜਿਹੜਾ ਕੋਣ ਪਤਾ ਕਰਨਾ ਹੈ, ਆਪਾਂ ਸਭ ਤੋਂ ਪਹਿਲਾਂ ਲਿਖਾਂਗੇ ਕਿ ਤ੍ਰਿਭੁਜ ਦੇ ਬਾਹਰੀ ਕੋਣਾਂ ਦਾ ਜੋੜ ਬਰਾਬਰ 360 ਡਿਗਰੀ। ਅਸੀਂ ਜਾਣਦੇ ਹਾਂ ਕਿ ਤ੍ਰਿਭੁਜ ਦੇ ਬਾਹਰੀ ਕੋਣਾਂ ਦਾ ਜੋੜ बराबर 360 डिग्री, ठीक है। तो बाहरी कोण साडे कोल एक जड़ा है 125 डिग्री है, दूजा कोण साडे कोल वो भी 125 डिग्री है, और तीजा कोण साडे कोल जड़ा x डिग्री है। तो बराबर साडे कोल किया गया 360 डिग्री। 125 ते 125 ये साडे कोल बन जाणगे 250 डिग्री। तो x की कीमत पता करन लई ਆਪਾਂ ਕੀ ਕਰਾਂਗੇ, 360 डिग्री ਦੇ ਵਿੱਚੋਂ 250 डिग्री ਜਿਹੜੇ ਆ ਉਹ ਘਟਾ ਦੇਾਂਗੇ। तो x ਦੀ ਜਿਹੜੀ ਕੀਮਤ ਆ ਉਹ ਸਾਡੇ ਕੋਲ 110 डिग्री ਜਿਹੜੀ ਆ ਉਹ ਬਣ ਜਾਏਗੀ, ठीक। तो x ਜਿਹੜਾ ਸਾਡੇ ਕੋਲ ਉਹ ਕਿੰਨਾ ਹੋ ਗਿਆ, 110 डिग्री, ठीक है विद्यार्थियों। तो ਤੁਸੀਂ ਦੇਖਿਆ बहुत आसान है, बहुत सौखे तरीके ਦੇ ਨਾਲ ਆਪਾਂ ਇਹ ਜਿਹੜੇ ਸਵਾਲ ਦਾ ਹੱਲ ਪਤਾ ਕਰ ਸਕਦੇ ਹਾਂ, ठीक है। तो इस तो बाद बी पार्ट ਜਿਹੜਾ ਆਪਾਂ ਇਸੇ ਸਵਾਲ ਦਾ, ਹਾਂਜੀ ਸਟੂਡੈਂਟਸ। तो बी पार्ट ਜਿਹੜਾ ਸਾਡੇ ਕੋਲ ਹੈ, बी पार्ट ਦੇ ਵਿੱਚ ਅਗਰ ਅਸੀਂ ਦੇਖੀਏ ਸਾਡੇ ਕੋਲੇ ਪੰਜ ਭੁਜ ਜਿਹੜੀ ਦਿੱਤੀ ਹੋਈ ਹੈ ਸਾਨੂੰ, ਪੰਜ ਭੁਜ ਦੇ ਵਿੱਚ ਇੱਕ ਕੋਣ ਸਾਨੂੰ ਜਿਹੜਾ 60 डिग्री ਦਿੱਤਾ ਹੋਇਆ ਬਾਹਰੀ ਕੋਣ, ਇੱਕ ਬਾਹਰੀ ਕੋਣ ਸਾਨੂੰ ਜਿਹੜਾ ਉਹ 70 डिग्री ਦਿੱਤਾ ਹੋਇਆ, ਇੱਕ ਇਹ x ਹੈ ਜਿਹਦੀ ਅਸੀਂ ਕੀਮਤ ਪਤਾ ਕਰਨੀ ਹੈ। ਇਹ ਦੋ ਕੋਣ ਸਾਨੂੰ ਦਿੱਤੇ ਨਹੀਂ ਹੋਏ, ਬਟ ਇਹ ਤੁਸੀਂ ਸਾਫ਼ ਹੈ, ਸਪਸ਼ਟ ਹੈ, ਤੁਸੀਂ ਦੇਖ ਸਕਦੇ ਹੋ ਕਿੰਨੇ ਨੇ। ਇਹ ਸਾਡੇ ਕੋਲ 90 डिग्री ਦਾ, ਹਰ ਕੋਣ 90 डिग्री ਦਾ ਹੈ। ये कोण भी 90 है और ये कोण भी साढ़े कोल 90 डिग्री बन जाएगा, ठीक है। तो ये भी आप यही चीज़ बिल्कुल पिछले सवाल के वांग लिखांगे कि पंज भुज के बाहरी कोणों का जोड़ साढ़े कोल कितना होएगा, 360 डिग्री, ठीक है। तो बाहरी कोण किहड़े-किहड़े ने, 90 है, 90 जमा 70 जमा x जमा 90 जमा 60, ये असीं जोड़ांगे बराबर 360 डिग्री। तो चारों कोणां नूं 70 90 60 ते 90 नूं जदों असीं जोड़ांगे, जोड़ के जो साढ़े कोल जोड़फल बनेगा उहनूं असीं 360 दे विचों घटा देंगे, तो तुहाडे कोल x की जिहड़ी कीमत है वो पता चल जाएगी, ठीक है। तो मैनूं उम्मीद है कि इस सवाल नूं तुसीं अपने आप हल कर सकते हो, तो ये सवाल तुसीं अपने आप ही करना है, ठीक है। तो इस तो अगला जिहड़ा सवाल है साडे कोल, इस तो बाद इस अभ्यास का जिहड़ा दूजा क्वेश्चन है साडे कोल कि एक समबाहुभुज दे हरेक बाहरी कोण दा माप पता करो जिस दियां 9 भुजावां हन, ते दूजा सवाल है साडे कोल 15 भुजावां हन, ठीक है। तो ਇਹ ਦੀ ਗੱਲ ਆਪਾਂ ਹੁਣੇ ਹੀ ਕਰਕੇ ਆਏ ਹਾਂ ਇਸ ਤੋਂ ਪਹਿਲਾਂ ਕਿ ਅਗਰ ਸਾਡੇ ਕੋਲ ਕਿਸੇ ਸਮ ਬਹੁਭੁਜ ਦੇ ਵਿੱਚ ਬਾਹਰੀ ਕੋਣ ਦਾ ਮਾਪ ਪਤਾ ਕਰਨਾ ਹੋਵੇ ਤਾਂ ਆਪਾਂ 360 ਨੂੰ ਉਹਦੀਆਂ ਭੁਜਾਵਾਂ ਦੀ ਗਿਣਤੀ ਦੇ ਨਾਲ ਭਾਗ ਕਰ ਦਿਆਂਗੇ, ਠੀਕ ਹੈ। तो ਆਪਾਂ 360 ਨੂੰ 9 ਨਾਲ ਭਾਗ ਕਰਾਂਗੇ, ਸਾਡੇ ਕੋਲ ਸਮ ਬਹੁਭੁਜ ਦਾ ਬਾਹਰੀ ਕੋਣ ਜਿਹੜਾ ਉਹ ਪਤਾ ਲੱਗ ਜਾਏਗਾ, ਠੀਕ ਹੈ। तो ਦੇਖਦੇ ਹਾਂ ਆਪਾਂ ਇਸ ਸਵਾਲ ਨੂੰ ਕਿਵੇਂ ਲਿਖਣਾ ਹੈ। तो ਦੂਜਾ ਸਵਾਲ ਹੈ ਸਾਡੇ ਕੋਲ, ठीक है जी। सब तो पहला आप लिखते हैं सम बहुभुज दे भुजावां दी गिणती। सम बहुभुज दियां भुजावां दी गिणती। हाँ जी, ये साडे कोल ए पार्ट है दूजे का, और ये जी भुजावां की गिणती वो सानू कितनी दी हुई है, ए पार्ट दे 9 दी हुई है, ठीक है। तो असी बाहरी कोण पता करना है। तो बाहरी कोण का जिहड़ा साडे कोल फॉर्मूला हुंदा है वो की हुंदा है, बाहरी कोण का माप बराबर आपां पहलां करके आए हैं, बाहरी कोण का माप बराबर 360 डिग्री बटा भुजावां की गिणती। भुजावां दी गिणती, ठीक है। तो ये जिहड़ा बाहरी कोण किस दा बाहरी कोण है, सम बहुभुज दा बाहरी कोण जिहड़ा है ओहदे असीं बाहरी कोण दा माप जिहड़ा पता करना है, ठीक है। तो भुजावां दी गिणती साडे कोल 9 है, तो आपां की करांगे 360 डिग्री नूं 9 दे नाल असीं भाग करांगे, ठीक है। तो ये साडे कोल आ जाएगा 40 डिग्री, ठीक है। तो इस तरह असीं लिख सकते हैं, इस लई सम बहुभुज दे
ਸਮ ਬਹੁਭੁਜ ਦੇ ਬਾਹਰੀ ਕੋਣ ਦਾ ਮਾਪ ਬਾਹਰੀ ਕੋਣ ਦਾ ਮਾਪ 40 ਡਿਗਰੀ ਹੈ। ठीक है स्टूडेंट्स, इसी तरह अगला जो बी पार्ट है साढ़े कोल ਉਹਦੇ 'ਚ ਜਿਹੜੀ ਭੁਜਾਵਾਂ ਦੀ ਗਿਣਤੀ ਹੈ ਉਹ 15 ਦਿੱਤੀ ਹੋਈ ਹੈ, ਤਾਂ ਉਹਦੇ 'ਚ ਆਪਾਂ 360 ਨੂੰ 15 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 15 ਭੁਜਾਵਾਂ ਵਾਲੇ ਸਮ ਬਹੁਭੁਜ ਦਾ ਦੇ ਬਾਹਰੀ ਕੋਣ ਦਾ ਮਾਪ ਜਿਹੜਾ ਉਹ ਸਾਨੂੰ ਪਤਾ ਚੱਲ ਜਾਏਗਾ। ਠੀਕ ਹੈ, ਬਹੁਤ ਸੌਖਾ ਸਵਾਲ ਹੈ, ਤੁਸੀਂ ਬਸ ਇਹ ਫਾਰਮੂਲਾ ਜਿਹੜਾ ਉਹ ਧਿਆਨ ਦੇ ਵਿੱਚ ਰੱਖਣਾ ਹੈ। ਠੀਕ ਹੈ, ਤਾਂ ਆਓ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਅਗਲਾ ਸਵਾਲ। ਇਸ ਤੋਂ ਬਾਅਦ ਤੀਜਾ ਸਵਾਲ ਸਾਡੇ ਕੋਲ ਹੈ ਕਿ ਇੱਕ ਸਮ ਬਹੁਭੁਜ ਦੀਆਂ ਕਿੰਨੀਆਂ ਭੁਜਾਵਾਂ ਹਨ ਜੇਕਰ ਬਾਹਰੀ ਕੋਣ ਦਾ ਮਾਪ 24 ਡਿਗਰੀ ਹੋਵੇ। ਠੀਕ ਹੈ, ਤਾਂ ਇਹਦੇ ਬਾਰੇ ਵੀ ਆਪਾਂ ਪਹਿਲਾਂ ਗੱਲ ਕਰ ਲਈ ਸੀ ਕਿ ਅਗਰ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ ਪਤਾ ਕਰਨੀ ਹੋਵੇ ਤੇ ਬਾਹਰੀ ਕੋਣ ਸਾਨੂੰ ਪਤਾ ਹੋਵੇ ਤਾਂ ਅਸੀਂ 360 ਨੂੰ 24 ਡਿਗਰੀ ਦੇ ਨਾਲ ਭਾਗ ਕਰਾਂਗੇ, ਜੋ ਵੀ ਸਾਡੇ ਕੋਲ ਉੱਤਰ ਆਏਗਾ ਉਹੀ ਭੁਜਾਵਾਂ ਦੀ ਗਿਣਤੀ ਹੋਏਗੀ। ਠੀਕ ਹੈ, ਤਾਂ ਦੇਖਦੇ ਹਾਂ ਇਸ ਨੂੰ ਆਪਾਂ ਤੀਜਾ ਸਵਾਲ ਕਿਵੇਂ ਲਿਖਣਾ ਹੈ। ਤੀਜੇ ਸਵਾਲ ਦਾ ਹੱਲ। ਠੀਕ ਹੈ, ਸਮ ਬਹੁਭੁਜ ਦੇ ਬਾਹਰੀ ਕੋਣ ਦਾ ਮਾਪ। ਸਮ ਬਹੁਭੁਜ ਦੇ ਬਾਹਰੀ ਕੋਣ ਦਾ ਮਾਪ। ਹਾਂਜੀ, ਇਹ ਸਾਡੇ ਕੋਲ ਕਿੰਨਾ ਦਿੱਤਾ ਹੋਇਆ ਹੈ 24 ਡਿਗਰੀ। ਠੀਕ ਹੈ, तो इस तो बाद सम बहुभुज ਦੀਆਂ ਭੁਜਾਵਾਂ ਦੀ ਗਿਣਤੀ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ ਗਿਣਤੀ ਦੇ ਲਈ ਅਸੀਂ ਕੀ ਫਾਰਮੂਲਾ ਯੂਜ਼ ਕਰਾਂਗੇ 360 ਡਿਗਰੀ ਨੂੰ ਅਸੀਂ ਬਾਹਰੀ ਕੋਣ ਦੇ ਮਾਪ ਦੇ ਨਾਲ ਭਾਗ ਕਰਾਂਗੇ। ਠੀਕ ਹੈ, ਬਾਹਰੀ ਕੋਣ ਦਾ ਮਾਪ। ਹਾਂਜੀ, ਤੇ ਬਾਹਰੀ ਕੋਣ ਸਾਡੇ ਕੋਲ ਜਿਹੜਾ 24 ਡਿਗਰੀ ਦਿੱਤਾ ਹੋਇਆ, ਤਾਂ ਕਹਿੰਦਾ ਭਾਵ ਅਸੀਂ 360 ਨੂੰ 24 ਡਿਗਰੀ ਦੇ ਨਾਲ ਭਾਗ ਕਰਾਂਗੇ। ਠੀਕ ਹੈ, ਹੁਣ ਸਾਡੇ ਕੋਲ ਅੰਸ਼ ਦੇ ਵਿੱਚ ਵੀ ਡਿਗਰੀ ਹੈ, ਨਾਲ ਹਰ ਦੇ ਵਿੱਚ ਵੀ ਡਿਗਰੀ ਹੈ, ਤਾਂ ਇਹ ਡਿਗਰੀ ਜਿਹੜੀ ਹੈ ਖਤਮ ਹੋ ਜਾਏਗੀ। ਸਾਡੇ ਕੋਲ ਜੋ ਆਨਸਰ ਆਏਗਾ ਉਹਦੇ ਵਿੱਚ ਡਿਗਰੀ ਜਿਹੜੀ ਉਹ ਨਾਲ ਨਹੀਂ ਹੋਏਗੀ ਕਿਉਂਕਿ ਉਹ ਭੁਜਾਵਾਂ ਦੀ ਗਿਣਤੀ ਹੋਏਗੀ ਸਾਡੇ ਕੋਲ। ਠੀਕ ਹੈ, ਤਾਂ 360 ਨੂੰ ਅਸੀਂ ਭਾਗ ਕਰਦੇ ਹਾਂ 24 ਦੇ ਨਾਲ, तो 24 ਨੂੰ 1 ਨਾਲ ਗੁਣਾ ਕਰਾਂਗੇ। ਸਭ ਤੋਂ ਪਹਿਲਾਂ 36 ਚੋਂ 24 ਅਸੀਂ ਘਟਾਏ, ਸਾਡੇ ਕੋਲ 12 ਬਣ ਜਾਣਗੇ 0। ਠੀਕ ਹੈ, ਫਿਰ ਅਸੀਂ 24 ਨੂੰ 5 ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ 120 ਬਣ ਜਾਂਦਾ ਹੈ। ਠੀਕ, तो 360 ਨੂੰ 24 ਦੇ ਨਾਲ ਭਾਗ ਕਰਨ ਤੇ ਸਾਡੇ ਕੋਲ ਕੀ ਪ੍ਰਾਪਤ ਹੁੰਦਾ ਹੈ 15। ਠੀਕ ਹੈ, तो ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦਿੱਤੀ ਹੋਈ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ 15 ਹੈ। ਇਸ ਲਈ ਦਿੱਤੀ ਹੋਈ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ 15 ਹੈ। ਠੀਕ ਹੈ ਜੀ, ਤਾਂ ਇਹ ਸਾਡੇ ਕੋਲ ਇਸ ਸਵਾਲ ਦਾ ਉੱਤਰ ਬਣ ਜਾਂਦਾ ਹੈ। ਠੀਕ ਹੈ, ਤਾਂ ਆਓ ਦੇਖਦੇ ਹਾਂ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹੈ। तो इस तो बाद चौथा सवाल साढ़े कोल इस अभ्यास का जे देखो तो है कि एक सम बहुभुज दियां भुजावां दी संख्या पता करो जेकर इसका हरेक अंदरला कोण 165 डिग्री का है। ठीक है, हर अंदरला कोण जिहड़ा सानू इस बार दिता होया 165 डिग्री का, तो असीं सम बहुभुज दी जिहड़ियां भुजावां दी संख्या पता करनी है। ठीक है, तो 165 डिग्री साढ़े कोल अंदरला कोण है, इहदे तो पहलां असीं बाहरला कोण पता कर लांगे, फिर उस तो बाद असीं बिल्कुल जिवें तीजा सवाल है उस ढंग दे नाल इह सवाल जिहड़ा हो जाएगा। ठीक, चौथा सवाल है साडे कोल अभ्यास का। सब तो पहला असीं लिखांगे कि सम बहुभुज दे अंदरले कोण दा माप। सम बहुभुज दे अंदरले कोण दा माप। हाँ जी, अंदरले कोण दा जिहड़ा माप है वो सानू दिता होया 165 डिग्री। ठीक है,
तो अगर अंदरले कोण ਦਾ ਮਾਪ 165 ਡਿਗਰੀ ਹੈ ਤਾਂ ਬਾਹਰਲੇ ਕੋਣ ਦਾ ਮਾਪ ਪਤਾ ਕਰਨ ਲਈ ਅਸੀਂ 180 ਦੇ ਵਿੱਚੋਂ 165 ਨੂੰ ਘਟਾ ਦਿਆਂਗੇ। ਠੀਕ ਹੈ, ਕਿਸੇ ਵੀ ਬਹੁਭੁਜ ਦੇ ਵਿੱਚ ਜਿਵੇਂ ਅਸੀਂ ਅਗਰ ਤ੍ਰਿਭੁਜ ਦੀ ਹੀ ਗੱਲ ਕਰੀਏ ਤਾਂ ਅਗਰ ਸਾਡੇ ਕੋਲ ਅੰਦਰਲਾ ਕੋਣ ਸਾਨੂੰ ਪਤਾ ਹੈ, ਬਾਹਰਲਾ ਕੋਣ ਪਤਾ ਕਰਨਾ ਹੈ, ਤਾਂ ਕੰਪਲੀਟ ਕੋਣ ਜਿਹੜਾ ਸਾਡੇ ਕੋਲ 180 ਡਿਗਰੀ ਦਾ ਹੁੰਦਾ, ਇਹਦੇ ਵਿੱਚੋਂ ਅਸੀਂ ਅੰਦਰਲਾ ਕੋਣ ਜਿਹੜਾ ਮਾਈਨਸ ਕਰ ਦਾਂਗੇ, ਸਾਡੇ ਕੋਲ ਬਾਹਰਲਾ ਕੋਣ ਕੀ ਹੈ ਉਹ ਸਾਨੂੰ ਪਤਾ ਲੱਗ ਜਾਏਗਾ। ਠੀਕ ਹੈ, तो ਅੰਦਰਲੇ ਕੋਣ ਤੋਂ ਬਾਹਰਲਾ ਕੋਣ ਪਤਾ ਕਰਨ ਲਈ 180 ਦੇ ਵਿੱਚੋਂ ਆਪਾਂ 165 ਨੂੰ ਮਾਈਨਸ ਕਰਾਂਗੇ। ਠੀਕ, ਸੋ ਸਮਬਹੁਭੁਜ ਦਾ ਬਾਹਰਲਾ ਕੋਣ, ਬਾਹਰੀ ਕੋਣ, ਸੋ ਸਮਬਹੁਭੁਜ ਦਾ ਬਾਹਰੀ ਕੋਣ ਸਾਡੇ ਕੋਲ ਬਣੇਗਾ 180 डिग्री माइनस 165 डिग्री, तो ये ਸਾਡੇ ਕੋਲ ਬਣੇਗਾ 15 डिग्री। ठीक है, तो ਬਾਹਰੀ ਕੋਣ ਦਾ ਮਾਪ ਸਾਡੇ ਕੋਲ 15 डिग्री हो गया। ਹੁਣ ਅਸੀਂ ਭੁਜਾਵਾਂ ਦੀ ਗਿਣਤੀ ਪਤਾ ਕਰਨੀ ਹੈ ਤਾਂ 360 डिग्री ਨੂੰ ਅਸੀਂ 15 डिग्री ਦੇ ਨਾਲ ਭਾਗ ਕਰ ਦਿਆਂਗੇ, ਬਿਲਕੁਲ ਜਿਵੇਂ ਆਪਾਂ ਪਿਛਲੇ ਸਵਾਲ ਦੇ ਵਿੱਚ ਕਰਕੇ ਆਏ ਹਾਂ। ਠੀਕ ਹੈ, ਸਮਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ। ਸਮਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ, तो ਇਹ ਸਾਡੇ ਕੋਲ ਬਣੇਗੀ 360 डिग्री ਵਟਾ ਬਾਹਰੀ ਕੋਣ ਦਾ ਮਾਪ ਭਾਵ 15 डिग्री। ਠੀਕ ਹੈ, तो 360 ਨੂੰ ਅਸੀਂ 15 डिग्री ਦੇ ਨਾਲ ਜਦੋਂ ਭਾਗ ਕਰਾਂਗੇ ਤਾਂ 15 दूना 30, ਪਹਿਲਾਂ 2 ਤੇ ਜਾਏਗਾ ਸਾਡੇ ਕੋਲੇ। ਠੀਕ ਹੈ, ਉਸ ਤੋਂ ਬਾਅਦ 15 ਚੌਕੇ 60, तो 24 ਬਣਦਾ ਸਾਡੇ ਕੋਲ ਉੱਤਰ। ਠੀਕ ਹੈ, तो इस तरह समबहुभुज ਦੀਆਂ ਭੁਜਾਵਾਂ ਦੀ ਗਿਣਤੀ 24 ਹੋਵੇਗੀ। ठीक है जी, तो ये साडे कोल चौथे सवाल का उत्तर जिहड़ा है वो बन जाता है। ठीक है विद्यार्थियों, तो इस तो बाद असीं पंजवां ते छेवां सवाल भी एक्सरसाइज का देखते हैं। तो पंजवां सवाल तुसीं अभ्यास का देख सकते हो कि इस तरह का सम बहुभुज संभव है जिस दे बाहरी कोण का माप 22 डिग्री होवे। तो ਇਹਦੇ ਲਈ ਅਸੀਂ ਕੀ ਕਰਨਾ ਹੈ, ਸਮਬਹੁਭੁਜ ਹੈ ਸਾਡੇ ਕੋਲ, ਅਸੀਂ ਇਹ ਦੱਸਣਾ ਕਿ ਉਹ ਸੰਭਵ ਹੈ ਕਿ ਨਹੀਂ। ਬਾਹਰੀ ਕੋਣ ਦਾ ਮਾਪ ਅਗਰ 22 डिग्री ਬਣਦਾ ਹੈ तो ਅਸੀਂ ਇਸ ਸਮਬਹੁਭੁਜ ਦੇ ਬਹੁਭੁਜ ਦੀਆਂ ਭੁਜਾਵਾਂ ਦੀ ਗਿਣਤੀ ਜਿਹੜੀ ਉਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਗਿਣਤੀ ਅਸੀਂ ਕਿਵੇਂ ਪਤਾ ਕਰਾਂਗੇ, 360 डिग्री ਨੂੰ 22 डिग्री ਦੇ ਨਾਲ ਭਾਗ ਕਰਕੇ। ਠੀਕ ਹੈ, 360 डिग्री ਨੂੰ 22 डिग्री ਦੇ ਨਾਲ ਭਾਗ ਕਰਕੇ। अच्छा, ये स्टूडेंट्स तुसी अपने आप करना है। अगर तुसी 360 डिग्री ਨੂੰ 22 डिग्री ਦੇ ਨਾਲ ਭਾਗ ਕਰੋਗੇ, ਜੇ ਤਾਂ ਇਹ ਪੂਰਾ ਵੰਡਿਆ ਗਿਆ, ਫਿਰ ਤਾਂ ਸਾਡੇ ਕੋਲ ਇਹੋ ਜਿਹਾ ਸਮਬਹੁਭੁਜ ਸੰਭਵ ਹੈ ਜਿਹਦਾ ਬਾਹਰੀ ਕੋਣ ਦਾ ਮਾਪ 22 डिग्री ਹੋਵੇ। ਠੀਕ ਹੈ, ਅਗਰ ਇਹ ਪੂਰਾ ਨਾ ਵੰਡਿਆ ਗਿਆ, ਸਾਡੇ ਕੋਲ ਦਸ਼ਮਲਵ ਦੇ ਵਿੱਚ ਭਾਗਫਲ ਆਇਆ ਜਾਂ ਕਹ ਲਓ ਬਾਕੀ ਕੁਛ ਨਾ ਕੁਛ ਬਚੇਗਾ ਜ਼ੀਰੋ ਤੋਂ ਇਲਾਵਾ, ਫਿਰ ਇਹੋ ਜਿਹੇ ਬਹੁਭੁਜ ਜਿਹੜਾ ਸੰਭਵ ਨਹੀਂ ਹੈਗਾ ਜਿਸ ਦਾ ਹਰੇਕ ਬਾਹਰੀ ਕੋਣ ਦਾ ਮਾਪ 22 डिग्री ਹੋਵੇ। ਠੀਕ ਹੈ, तो ਇਹ 360 डिग्री ਨੂੰ ਤੁਸੀਂ 22 डिग्री ਦੇ ਨਾਲ ਭਾਗ ਕਰਕੇ ਦੇਖ ਲੈਣਾ, ਇਹ ਵੈਸੇ ਭਾਗ ਹੋਏਗਾ ਨਹੀਂ। ਸੋ ਇਹੋ ਜਿਹਾ ਬਹੁਭੁਜ ਜਿਹੜਾ ਉਹ ਸੰਭਵ ਨਹੀਂ ਹੋਏਗਾ। ਇਹਦਾ ਵੀ ਕਾਰਨ ਵੀ ਤੁਸੀਂ ਇਹੀ ਲਿਖਣਾ ਕਿਉਂਕਿ 360 डिग्री ਨੂੰ 22 डिग्री ਦੇ ਨਾਲ ਪੂਰਾ ਨਹੀਂ ਵੰਡਿਆ ਜਾ ਸਕਦਾ, ਇਸ ਕਰਕੇ ਅਜਿਹਾ ਸਮਬਹੁਭੁਜ ਸੰਭਵ नहीं है। ठीक है, तो अगला ਜਿਹੜਾ ਸਵਾਲ ਹੈ ਸਾਡੇ ਕੋਲ ਬੀ ਪਾਰਟ, ਕਿ ਇਹ ਕਿਸੇ ਸਮਬਹੁਭੁਜ ਦਾ ਅੰਦਰਲਾ ਕੋਣ ਹੋ ਸਕਦਾ ਹੈ? ਕਿਉਂ? अगर 22 डिग्री बाहरी कोण नहीं हो सकता तो की ये किसी समबहुभुज ਦਾ ਅੰਦਰਲਾ ਕੋਣ ਹੋ ਸਕਦਾ ਹੈ? ਇਹ ਚੀਜ਼ ਆਪਾਂ ਪਤਾ ਕਰਨੀ ਹੈ ਇਹਦੇ ਵਿੱਚ। ਠੀਕ, तो ਇਹਦੇ ਵਿੱਚ ਵੀ ਬਿਲਕੁਲ ਉਸੇ ਢੰਗ ਦੇ ਨਾਲ ਹੋ ਜਾਣਾ। ਦੇਖੋ, ਜੇ ਅੰਦਰਲਾ ਕੋਣ 22 डिग्री ਹੈ ਤਾਂ ਉਹਦੇ ਤੋਂ ਸਾਡੇ ਕੋਲ ਬਾਹਰੀ ਕੋਣ ਕਿੰਨਾ ਆ ਜਾਏਗਾ, ਅਸੀਂ 180 डिग्री ਦੇ ਵਿੱਚੋਂ 22 डिग्री ਜਿਹੜਾ ਉਹ ਘਟਾ ਦੇਾਂਗੇ। ਠੀਕ ਹੈ, 180 डिग्री ਚੋਂ 22 डिग्री ਜਦੋਂ ਘਟਾਵਾਂਗੇ ਸਾਡੇ ਕੋਲ 158 डिग्री ਬਣ ਜਾਏਗਾ। ਠੀਕ ਹੈ, तो 158 डिग्री ਦੇ ਨਾਲ ਵੀ ਆਪਾਂ 360 ਨੂੰ ਜਿਹੜਾ ਪੂਰਾ ਨਹੀਂ ਵੰਡ ਸਕਦੇ, ਇਸ ਕਰਕੇ ਸਾਡੇ ਕੋਲ 22 डिग्री ਨਾ ਤਾਂ ਅੰਦਰਲਾ ਕੋਣ ਹੋ ਸਕਦਾ ਕਿਸੇ ਸਮਬਹੁਭੁਜ ਦਾ ਤੇ ਨਾ ਹੀ ਬਾਹਰਲਾ ਕੋਣ ਹੋ ਸਕਦਾ। ਠੀਕ ਹੈ,
तो ये हिंट मैं काफ़ी हद तक इस सवाल का दे दिता है, तुसीं अपने आप कोशिश करनी है, ट्राई करनी है सवाल नूं करन दी, ठीक है। आंसर भी तुहानूं नाल दस दिता वा की होएगा। पहले सवाल दे विच 360 डिग्री नूं 22 डिग्री नाल भाग करके देखोगे, दूजे सवाल दे विच अंदरला कोण 22 डिग्री है तो बाहरी कोण पता करोगे पहला, वो साडे कोल 158 डिग्री बनेगा। फिर 158 दे नाल असीं दसांगे कि 360 जिहड़ा वो नहीं भाग कीता जा सकदा 158 दे नाल, इस करके अंदरला कोण भी साडे कोल 22 डिग्री दा किसी समबाहुभुज दा नहीं हो सकदा, ठीक है। तो अगला जिहड़ा सवाल है साडे कोल छेवां सवाल साडे कोल है कि किसी समबाहुभुज विच घट तो घट किन्ने मुल दा अंदरला कोण संभव है अते क्यों। किसी समबाहुभुज दे विच घट तो घट किन्ने मुल दा अंदरला कोण संभव है ते क्यों। सब तो पहला असीं ये देखते हैं कि सब तो घट भुजावां वाला जिहड़ा समबाहुभुज है वो साडे कोल किहड़ा हुंदा है। सब तो घट भुजावां वाला समबाहुभुज साडे कोल त्रिभुज हो सकदा है, वो भी जिहदियां तीनों साइड जिहड़ियां बराबर होणगियां साडे कोल, भाव के समभुजी त्रिभुज, ठीक है। इस तो बाद जे चार भुजावां की गल करिए तो साडे कोल वर्ग बनदा है, ठीक है। चार भुजावां वाला समबाहुभुज साडे कोल की बनेगा, एक वर्ग बनेगा, ठीक। तो पंज भुजावां वाला समबाहुभुज साडे कोल की बनेगा, वो साडे कोल पंजभुज बनेगा एक, ठीक। कोशिश करते हैं असीं हल्का जिहा बनाउण दी ताकि जिहड़ी गल है वो सानूं समझ आ जाए, ठीक है। तो इसी तरह असीं 6 बहुभुज बना सकते हैं, सम 6 भुज बना सकते हैं, 7 भुजावां वाला बना सकते हैं, अगे चलता जाएगा काम। हुण अगर असीं इहदे च देखीए तो ये साडे कोल त्रिभुज दा समभुजी त्रिभुज दा अंदरला कोण है, ठीक है। समभुजी त्रिभुज दा अंदरला कोण। इस तो बाद जिहड़ा वर्ग दा कोण है असीं देख सकते हैं, वो साडे कोल बन जांदा है पूरा 90 डिग्री। ये साडे कोल न्यून कोण है, ठीक है। ये साडे कोल समकोण है 90 डिग्री का। और इस तो बाद अगर तुसीं गल करो पंजभुज दी तो आपां देख सकते हैं कि पंजभुज का जिहड़ा कोण है वो साडे कोल 90 डिग्री तो वड्डा हो जाता है, ठीक है। 90 डिग्री तो वड्डा हो जाता कोण। इहदा मतलब जिवें जिवें भुजावां दी साडे कोल गिणती जिहड़ी है वो वधदी जा रही है, ठीक है। पहला 3 भुजावां, फिर 4, फिर 5, उवें उवें साडे कोल समबाहुभुज दा अंदरला जिहड़ा कोण है वो भी वड्डा ਹੁੰਦਾ ਜਾ ਰਿਹਾ ਹੈ। तो ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਭੁਜਾਵਾਂ ਅਸੀਂ ਹੋਰ ਵਧਾਵਾਂਗੇ ਤਾਂ ਅੰਦਰਲਾ ਕੋਣ ਹੋਰ ਵੱਡਾ ਹੋ ਜਾਏਗਾ। ਇਸ ਕਰਕੇ ਸਭ ਤੋਂ ਛੋਟਾ ਅੰਦਰਲਾ ਕੋਣ ਜਿਹੜਾ ਉਹ ਸਿਰਫ ਤੇ ਸਿਰਫ ਕਿਹਦਾ ਹੋ ਸਕਦਾ ਹੈ, त्रिभुज ਦਾ ਹੋ ਸਕਦਾ ਹੈ, ਠੀਕ ਹੈ। ਸਮਭੁਜੀ त्रिभुज ਹੀ ਇਹੋ ਜਿਹੀ ਸਮਬਾਹੁਭੁਜ ਹੈ ਜਿਹਦਾ ਅੰਦਰਲਾ ਕੋਣ ਸਾਡੇ ਕੋਲ ਸਭ ਤੋਂ ਛੋਟਾ ਹੋ ਸਕਦਾ ਹੈ। ਅਦਰਵਾਈਜ਼ ਅੱਗੇ ਅੱਗੇ ਅਸੀਂ ਦੇਖਦੇ ਹਾਂ ਕਿ ਕੋਣ ਜਿਹੜਾ ਉਹ ਸਾਡੇ ਕੋਲ ਵੱਧਦਾ ਹੀ ਜਾ ਰਿਹਾ ਹੈ, ਠੀਕ ਹੈ। तो इस समभुजी त्रिभुज ਦੇ ਵਿੱਚ ਜੇ ਅਸੀਂ ਅੰਦਰਲੇ ਕੋਣ ਨੂੰ x ਤਿੰਨਾਂ ਕੋਣਾਂ ਨੂੰ x ਮੰਨ ਲਈਏ ਕਿਉਂਕਿ ਇਹਨਾਂ ਦਾ ਜਿਹੜੇ ਮਾਪ ਹੈ ਉਹ ਸਾਡੇ ਕੋਲ ਸਮਾਨ ਹੋਣਗੇ, ਤਾਂ ਆਪਾਂ ਇਹਦਾ ਜਿਹੜਾ ਮੁੱਲ ਪਤਾ ਕਰ ਸਕਦੇ ਹਾਂ। ਉਹੀ ਸਾਡੇ ਕੋਲ ਕਿਸੇ ਸਮਬਾਹੁਭੁਜ ਦਾ ਸਭ ਤੋਂ ਛੋਟੇ ਤੋਂ ਛੋਟਾ ਜਿਹੜਾ ਕੋਣ, ਕਿਸੇ ਕੋਣ ਦਾ ਮਾਪ ਜਿਹੜਾ ਉਹ ਹੋਏਗਾ, ਠੀਕ ਹੈ। तो 6वां सवाल, 6वें ਦਾ ਇਹ ਪਾਰਟ, ਠੀਕ ਹੈ। तो ਆਪਾਂ ਸਭ ਤੋਂ ਪਹਿਲਾਂ ਲਿਖਾਂਗੇ ਸਮਬਾਹੁਭੁਜਾਂ ਦੇ ਵਿੱਚ समभुजी त्रिभुज, समभुजी त्रिभुज दा ही कोण सब तो घट माप दा हो सकता है। हो सकता है, ठीक है। तो जे समभुजी त्रिभुज का कोण जिहड़ा साडे कोल अंदरला x है तो तिन्हां दा जोड़ साडे कोल कितना हो जाएगा 180 डिग्री। तो उतों असीं अंदरले कोण का जिहड़ा माप है वो पता कर सकते हैं, ठीक है। तो मान लो समभुजी त्रिभुज के अंदरले कोण का माप कितना है, हरेक कोण का माप x डिग्री है या x है। मान लो समभुजी त्रिभुज ਦੇ ਹਰੇਕ ਅੰਦਰਲੇ ਕੋਣ ਦਾ ਮਾਪ x है, ठीक है। सो एंगल सम प्रॉपर्टी साडे कोल की कहती है कि तिन्ना कोणा का माप साडे कोल कितना होना चाहिए त्रिभुज का 180 डिग्री, ठीक है। तो ये साडे कोल बन जाएगा 3x बराबर 180 डिग्री और x की कीमत साडे कोल कितनी आ गई
180 डिग्री वटा 3, तो ये साडे कोल बन जाता है 60 डिग्री। ठीक है, तो एक तो ये चीज़ होगी कि समभुजी त्रिभुज का ही अंदरला कोण जिहड़ा वो सब तो छोटा हो सकता है समभुजावां दे समबाहुभुजां दे विच, और उसका माप जिहड़ा साडे कोल कितना होएगा 60 डिग्री होएगा। ठीक, ये साडे कोल इस सवाल का उत्तर है। ठीक, एक तो हो गया समभुजी त्रिभुज का कोण सब तो छोटा हो सकता है, तो कितना हो सकता है, वो साडे कोल 60 डिग्री का हो सकता है। ਇਹਦਾ बी पार्ट है कि किसी सम बहुभुज विच ज़्यादा तो ज़्यादा किन्ने मुल दा बाहरी कोण संभव है। ਹੁਣ ਸਾਨੂੰ ਇਹ ਪਤਾ ਹੈ ਕਿ ਅੰਦਰਲੇ ਕੋਣ ਤੇ ਬਾਹਰੀ ਕੋਣ ਦਾ ਜਿਹੜਾ ਜੋੜ ਆ ਉਹ ਸਾਡੇ ਕੋਲ ਹਮੇਸ਼ਾ 180 ਡਿਗਰੀ ਹੁੰਦਾ ਹੈ। ਠੀਕ ਹੈ, ਅੰਦਰਲੇ ਕੋਣ ਤੇ ਬਾਹਰੀ ਕੋਣ ਦਾ ਜੋੜ ਇੱਕ ਸਿਖਰ ਦੇ ਉੱਤੇ ਕਿਸੇ ਵੀ ਸਮ ਬਹੁਭੁਜ ਦੇ ਵਿੱਚ 180 ਡਿਗਰੀ ਹੁੰਦਾ ਹੈ। ਤੋ ਇਹਨਾਂ ਨੇ ਕਿਹਾ ਕਿ ਕਿਸੇ ਸਮ ਬਹੁਭੁਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਮੁੱਲ ਦਾ ਬਾਹਰੀ ਕੋਣ ਹੋ ਸਕਦਾ ਹੈ। ਉਸੇ ਹੀ ਸਮਭੁਜ ਦਾ ਬਾਹਰੀ ਕੋਣ ਜ਼ਿਆਦਾ ਤੋਂ ਜ਼ਿਆਦਾ ਮੁੱਲ ਦਾ ਹੋਏਗਾ ਜਿਹਦਾ ਅੰਦਰਲਾ ਕੋਣ ਘੱਟ ਤੋਂ ਘੱਟ ਮੁੱਲ ਦਾ ਹੋਏਗਾ। ਠੀਕ ਹੈ, तो घट तो घट मुल वाला असीं हुणे करके आए हैं कि समभुजी त्रिभुज दे विच ही सब तो छोटा जिहड़ा अंदरला कोण बनदा है जो कि 60 डिग्री है। ठीक है, इहदा मतलब समभुजी त्रिभुज दा ही जिहड़ा बाहरी कोण है वो ही साडे कोल सब तो ज़्यादा मुल दा बनेगा। इस तो इलावा बाकी जिन्ने भी सम बहुभुज बनणगे उन्हां सब दा जिहड़ा बाहरी कोण है वो 100 समभुजी त्रिभुज दे बाहरी कोण तो घट माप दे ही होणगे। ठीक है, सो असीं इहदे च कह सकदे हां कि भाग ए तो स्पष्ट हुंदा है कि समभुजी त्रिभुज दा ही बाहरी कोण सब तो वध माप दा हो सकता है। माप दा हो सकता है। ठीक है, तो समभुजी त्रिभुज दे बाहरी कोण दा माप साडे कोल बनदा किन्ना है, समभुजी त्रिभुज दे बाहरी कोण दा माप बराबर 180 डिग्री ਦੇ ਵਿੱਚੋਂ ਅਸੀਂ ਅੰਦਰਲੇ ਕੋਣ ਜਿਹੜਾ ਕਿ 60 ਡਿਗਰੀ ਅਸੀਂ ਪਤਾ ਕਰਕੇ ਆਏ ਉਹ ਮਾਈਨਸ ਕਰ ਦਾਂਗੇ। ਠੀਕ ਹੈ, ਉਹ ਸਾਡੇ ਕੋਲ ਕਿੰਨਾ ਬਣਦਾ ਹੈਗਾ 120 ਡਿਗਰੀ। ਠੀਕ ਹੈ ਜੀ, तो ਵੱਧ ਤੋਂ ਵੱਧ ਬਾਹਰੀ ਕੋਣ ਜਿਹੜਾ ਹੈ ਉਹ ਸਮ ਬਹੁਭੁਜਾਂ ਦੇ ਵਿੱਚ ਸਮ ਬਹੁਭੁਜੀ ਤ੍ਰਿਭੁਜ ਦਾ ਹੋ ਸਕਦਾ ਹੈ ਔਰ ਉਹ ਕਿੰਨਾ ਹੋ ਸਕਦਾ ਹੈ 120 ਡਿਗਰੀ ਹੋ ਸਕਦਾ ਹੈ। ਠੀਕ ਹੈ ਵਿਦਿਆਰਥੀਓ, तो ਇਹਦੇ ਨਾਲ ਸਾਡੇ ਕੋਲ ਇਸ ਅਭਿਆਸ ਦੇ ਜਿਹੜੇ ਸਾਰੇ ਸਵਾਲ ਹੈ ਉਹ ਆਪਾਂ ਡਿਸਕਸ ਕਰ ਲਏ ਨੇ। ਮੈਨੂੰ ਉਮੀਦ ਹੈ ਕਿ ਹਰ ਚੀਜ਼ ਜਿਹੜੀ ਹੈ ਤੁਸੀਂ ਬੜੇ ਧਿਆਨ ਦੇ ਨਾਲ ਦੇਖੀ ਹੋਏਗੀ ਤੇ ਸਮਝੀ ਵੀ ਹੋਏਗੀ। कोई डाउट है किते कोई चीज़ तुहानूं समझण च दिक्कत आती है तुसीं वीडियो नूं रिपीट करके देख सकते हो या नीचे कमेंट बॉक्स दे विच कमेंट करके दस सकते हो। ठीक है विद्यार्थियों, तो अगली वीडियो दे विच आपां अगले कॉन्सैप्ट अगले क्वेश्चनस दे नाल दोबारा मिलांगे। लास्ट तक वीडियो नूं देखण लई बहुत धन्नवाद। उदों तक सत श्री अकाल।